ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸਿਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਗੁਰ ਬਾਣੀ ਕਹੈ ਸਿਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ, ਅੱਜ ਦਾ ਇਹ ਦਿਵਸ ਮੂਲ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਤਵਾਰੀਖੀ ਤੌਰ 'ਤੇ ਉਸ ਦਿਨ ਨੂੰ ਅੱਜ ਦਾ ਦਿਨ ਆਉਂਦਾ ਹੈ। ਸੋ ਗੁਰਪੁਰਬ ਦੀ ਸੰਧਿਆ ਹੈ। ਉਸ ਕੈਲੰਡਰੀ ਤਾਰੀਖ ਮੁਤਾਬਕ ਆਪ ਗੁਰੂ ਹਜ਼ੂਰ ਹੋ। ਵਡਭਾਗਤਾ ਹੈ ਭਾਈ ਗੁਰਦਾਸ ਜੀ ਦਾ ਪਾਵਨ ਬਚਨ, ਕੁਰਬਾਨੀ ਤਿਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਨਾ ਆ ਜਿਹੜੇ ਭਾਵਨੀ ਭਗਤ ਵਿੱਚ ਆਪਣੇ ਪੁਰਖਿਆਂ ਦੇ, ਆਪਣੇ ਬਜ਼ੁਰਗਾਂ ਦੇ, ਆਪਣੇ ਵਿਰਾਸਤੀ ਰੰਗਾਂ ਨੂੰ, ਦਿਨਾਂ ਨੂੰ ਯਾਦ ਕਰਦੇ ਨੇ, ਗੁਰਪੁਰਬ ਮਨਾਉਂਦੇ ਨੇ। ਸੋ ਅਸੀਂ ਜਿੰਨੇ ਕੁ ਸਰੀਰ ਇੱਥੇ ਹਾਜ਼ਰ ਹੋ ਪਾਏ ਹਾਂ ਉਹ ਭਾਗੀ ਹਾਂ। ਉਸੇ ਸਮੇਂ ਦੇ ਉਪਲਕਸ਼ ਜਦ ਵਿਚਾਰ ਕਰਾਂਗੇ ਲੜੀਵਾਰ ਗੁਰਬਾਣੀ ਦਾ ਸ਼ਬਦ ਅਗਲੇ ਆਉਂਦੇ ਕੱਲ੍ਹ ਵਿਚਾਰਾਂਗੇ। ਅੱਜ ਕੁਝ ਹਿਸਟਰੀ ਵਿੱਚੋਂ ਕੁਝ ਗੁਰਬਾਣੀ ਦੇ ਸ਼ਬਦ ਗੁਰੂ ਦੇ ਸੰਕਲਪ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਨੂੰ ਮੁੱਖ ਰੱਖਦਿਆਂ ਹੋਇਆਂ, ਬਾਤ ਕਰਦਿਆਂ ਹੋਇਆਂ ਅਸੀਂ ਗੁਰੂ ਕੇ ਹਜ਼ੂਰ ਹਾਜ਼ਰੀ ਭਰਾਂਗੇ। ਸੋ ਆਓ, ਮੈਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ਦੇ ਹੋਏ ਇੱਕ ਵਾਰ ਸਪਰੇਮ ਫਤਿਹ ਜ਼ਰੂਰ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਸਭ ਜ਼ਿਕਰ ਕਰਦੇ ਨੇ ਕਿ ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰਗ। ਸ਼ਬਦ ਗੁਰ ਪੀਰਿਆ। ਗੁਰੂ ਬਾਬਾ ਜੀ ਨੇ ਜਿਵੇਂ ਜਪਜੀ ਸਾਹਿਬ ਵੀ ਪੜ੍ਹੋ, ਮਹਾਰਾਜ ਗੁਰੂ ਨਾਨਕ ਦਾ ਰਾਹ ਨਾਮ ਦਾ ਰਾਹ ਆ, ਅਤੇ ਨਾਮ ਦੇ ਨਾਲ ਐਸੋਸੀਏਸ਼ਨ ਬਣਾਉਣ ਨਾਲ ਹੀ ਅਸੀਂ ਸਪਿਰਿਚੁਅਲੀ ਇਨਲਾਈਟਡ ਹੋ ਸਕਦੇ ਹਾਂ, ਬੈਟਰ ਹੋ ਸਕਦੇ ਹਾਂ, ਆਪਣੀ ਡਿਵੈਲਪਮੈਂਟ ਗੇਨ ਕਰ ਸਕਦੇ ਹਾਂ, ਅਤੇ ਅਸੀਂ ਉਸ ਸੱਚਿਆਰਤਾ ਨੂੰ, ਉਸ ਵਨਨੈਸ ਨੂੰ ਇੰਜੋਏ ਕਰ ਸਕਦੇ ਹਾਂ। ਬਟ ਅਲਟੀਮੇਟਲੀ how can we attain the path of Naam? That is the basic question. Then Guru Nanak Sahib has given us a message in even Japji Sahib when we read the Paudi. Akhri naam akhri salah, akhri gyan geet gunagah, akhri likhan bolan baan, akhra sir sanjog wakhan. Directly Maharaj ne kiya naam da rah akhਰਾਂ ਦਾ ਰਾਹ ਆ। ਅਖਰੀ ਨਾਮ ਅਖਰੀ ਸਾਲਾ। ਜੇ ਤੁਸੀਂ ਨਾਮ ਦੇ ਨਾਲ ਆਪਣੇ ਆਪ ਨੂੰ ਜੋੜਨਾ ਆ, ਤੁਹਾਨੂੰ ਅੱਖਰਾਂ ਨਾਲ ਜੁੜਨਾ ਪਏਗਾ। ਕਿਉਂਕਿ ਜਿੰਨੀ ਦੇਰ ਤੱਕ ਬੰਦਾ ਲਫ਼ਜ਼, ਹਰਫ, ਅਲਫਾਜ਼ ਜਿਹਨਾਂ ਨੂੰ ਅਸੀਂ ਵਰਡਸ, ਲੈਟਰਸ, ਜਿਹੜੇ ਖਾਸ ਕਰਕੇ ਲਿਟਰੇਸੀ ਜਿਹਨੂੰ ਕਹਿੰਦੇ ਆ, ਜੇ ਅਸੀਂ ਉਹਨੂੰ ਨਹੀਂ ਸਮਝਦੇ, ਡੈਫੀਨੇਟਲੀ ਬੀਇੰਗ ਏ ਹਿਊਮਨ ਅਸੀਂ ਕੋਈ ਗਿਆਨ ਹਾਸਲ ਨਹੀਂ ਕਰ ਸਕਦੇ, ਕੋਈ ਗਿਆਨ ਵੰਡ ਨਹੀਂ ਸਕਦੇ, ਕੋਈ ਗਿਆਨ ਪਰਸੀਵ ਨਹੀਂ ਕਰ ਸਕਦੇ। ਇਸ ਬਾਬਤ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ 3 ਬੇਸਿਕ ਪ੍ਰਿੰਸੀਪਲਸ ਨੇ, ਜਿਹਨਾਂ ਨੂੰ ਅਸੀਂ ਗੋਲਡਨ ਰੂਲ ਆਫ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। These are the main 3 principles, 3 pillars where Guru Nanak Sahib had actually put the whole Sikhis ਬਿਲਡਿੰਗ ਔਰ ਇਮਾਰਤ ਜਿਹਨੂੰ ਕਹਿ ਲਓ, ਸਿੱਖੀ ਦੀ ਜਿਹੜੀ ਸਾਰੀ ਦੀ ਸਾਰੀ ਮਹੱਲ ਆ, ਜਿਹੜਾ ਸਿੱਖੀ ਦਾ ਕਾਸਲ ਆ, ਜਿਹੜਾ ਪੈਲਸ ਆ, ਗੁਰੂ ਬਾਬਾ ਜੀ ਨੇ ਇਹਨਾਂ ਪਿੱਲਰਸ 'ਤੇ ਖੜਾ ਕੀਤਾ ਆ।
ਹੁਣ ਉਹਦੇ 'ਚ ਜਿਹੜਾ ਪਹਿਲਾ ਪਿੱਲਰ ਹੈ ਉਹ ਤਾਂ ਹੈ ਕਿਰਤ ਕਰਨੀ। ਕਿਰਤ ਕਰਨ ਦਾ ਮਾਇਨਾ ਹੀ ਇਹ ਹੈਗਾ ਟੂ ਬੀ ਕੰਟਰੀਬਿਊਟਰ ਇਨ ਦਿਸ ਵਰਲਡ। ਧਰਤੀ ਦੇ ਉੱਤੇ ਤੁਸੀਂ ਪੋਜ਼ੀਟਿਵ ਵੇ ਦੇ ਨਾਲ, ਪ੍ਰੋਡਕਟਿਵ ਵੇ ਦੇ ਨਾਲ, ਓਨੈਸਟ ਹਾਰਡ ਲੈਵਲ ਦੇ ਮੁਸ਼ੱਕਤ ਲੇਬਰ ਦੇ ਨਾਲ ਕੰਟਰੀਬਿਊਟਰ ਬਣੋ। ਜੇ ਅਸੀਂ ਸਾਰੇ ਇਸ ਲੈਵਲ 'ਤੇ ਕੰਟਰੀਬਿਊਟਰ ਬਣਾਂਗੇ ਤਾਂ ਡੈਫੀਨੇਟਲੀ ਧਰਤੀ ਸਵਰੇਗੀ, ਸੰਸਾਰ ਸਵਰੇਗਾ, ਸਮਾਜ ਸਵਰੇਗਾ। ਜਿਹਨੂੰ ਤੁਸੀਂ ਪ੍ਰੋਸਪੈਰਿਟੀ ਕਹਿੰਦੇ ਹੋ, ਜਿਹਨੂੰ ਤੁਸੀਂ ਰਿਚਨੈਸ ਕਹਿੰਦੇ ਹੋ, ਜਿਹਨੂੰ ਤੁਸੀਂ ਜੀਵਨ ਦੇ ਸਾਧਨ ਸੰਸਾਧਨ ਰਿਸੋਰਸਿਸ ਕਹਿੰਦੇ ਹੋ, ਦੈਨ ਦੇ ਕੈਨ ਡਿਵੈਲਪ ਇਟ ਸੈਲਫ। ਉਹ ਆਪਣੇ ਆਪ ਆ ਜਾਣਗੇ। ਅਦਰਵਾਈਜ਼ ਲੋਕ ਕੰਟਰੀਬਿਊਟਰ ਨਾ ਬਣ ਕੇ ਜਸਟ ਪ੍ਰੇਅਰਸ ਕਰੀ ਜਾਣ, just actually they do just some kind of rituals, and afterward thinking definitely one day supernatural power will come and give us some kind of gold, diamond and some kind of resources. Bani says ridiculous है, ठीक नहीं है। ਮਿਹਨਤਾਂ ਦੇ ਨਾਲ, ਮੁਸ਼ੱਕਤਾਂ ਦੇ ਨਾਲ ਬੰਦੇ ਮਨੁੱਖ ਜਿਹੜੇ ਨੇ ਉਹ ਧਰਤੀ ਦੇ ਉੱਤੇ ਆਪਣਾ ਫਿਊਚਰ ਤੇ ਆਪਣਾ ਫੋਰਚੂਨ ਜਿਹੜਾ ਹੈ ਉਹ ਕੱਢਦੇ ਨੇ। ਇਸ ਕਰਕੇ ਕਿਰਤ ਕਰੋ। ਕਿਰਤ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਕੀਤਾ। ਉਮਰ ਭਰ ਸੱਚ ਦਾ ਪ੍ਰਚਾਰ ਕਰਦਿਆਂ ਬਤੀਤ ਕੀਤੀ। ਜ਼ਿੰਦਗੀ ਦੇ ਅਖੀਰਲੇ 18 ਵਰੇ ਕਰਤਾਰਪੁਰ ਦੀ ਧਰਤੀ 'ਤੇ ਮੁਸ਼ੱਕਤਾਂ ਕਰਦਿਆਂ ਬਤੀਤ ਕੀਤੇ। ਅਤੇ ਇਕੱਲੇ ਆਪ ਨਹੀਂ ਕੀਤੇ, ਲੋਕਾਂ ਨੂੰ ਸਿਖਾਇਆ ਹਾਊ ਟੂ ਡੂ ਪ੍ਰੋਪਰ ਫਾਰਮਿੰਗ, ਹਾਊ ਟੂ ਕਲਟੀਵੇਟ ਲੈਂਡ, ਹਾਊ ਟੂ ਡੂ ਗੁੱਡ ਹਾਰਵੈਸਟਿੰਗ, ਹਾਊ ਟੂ ਡੂ ਗੁੱਡ ਹੋਲ ਵਰਕ, ਬਿਕੋਜ਼ ਦੈਟ ਟਾਈਮ ਦੈਟ ਵਾਜ਼ ਦਾ ਮੇਨ ਰਿਸੋਰਸਿਸ। ਫਾਰਮਿੰਗ ਹੀ ਮੇਨ ਰਿਸੋਰਸਿਸ ਸੀਗਾ। ਸੋ ਇਸ ਲੈਵਲ 'ਤੇ ਕੰਟਰੀਬਿਊਟਰ ਬਣਾਇਆ, ਕਿਰਤ ਕਰਨੀ ਸਿਖਾਈ। ਫਿਰ ਕਿਰਤ ਕਰਨ ਦੇ ਨਾਲ ਨਾਲ ਇਕੱਲਾ ਕਿਰਤ ਜਿਹੜੀ ਹੈ ਬੰਦੇ ਨੂੰ ਆਤਮਿਕ ਸਕੂਨ, ਖੁਸ਼ੀ, ਇੰਤਹਾ ਦੀ ਜਿਹੜੀ ਹੈ ਅੰਦਰ ਦੀ ਜੀਵਨ ਯਾਪਨ ਦੀ ਜਾਂਚ ਨਹੀਂ ਸਿਖਾ ਸਕਦੀ। ਮੈਂ ਛੋਟੀ ਜਿਹੀ ਕਹਾਣੀ ਰੂਪ ਵਿੱਚ ਬਾਤ ਕਰਦਾ, ਕਿਉਂਕਿ ਸ਼ਬਦ ਦਾ ਕਨਸੈਪਟ ਅਸੀਂ ਅੱਜ ਵੀ ਪੂਰੀ ਤਰ੍ਹਾਂ ਨਹੀਂ ਸਮਝ ਪਾ ਰਹੇ। ਇਨ ਟੂਡੇਜ਼ ਵਰਲਡ we are educated, most of actually us are able to contribute in this society with the different skills and with different professions, and in the actually ਜਿਹੜਾ ਹੈਗਾ return we are getting a good amount of money, good amount of resources which we can enjoy with our families, but at the same time under any actually ਜਿਹੜਾ ਹੈਗਾ ਤੁਸੀਂ ਕਿਸੇ ਵੀ ਰੈਂਡਮਲੀ ਫੈਮਿਲੀ ਦੇ ਵਿੱਚ ਜਾ ਕੇ ਦੇਖੋਗੇ ਐਂਡ ਯੂ ਕੈਨ ਸੀ ਅੰਡਰ ਦੋਜ਼ ਰੂਫਸ ਯੂ ਕੈਨ ਫੀਲ ਐਕਚੁਅਲੀ ਦ ਹੈਪੀਨੈਸ ਵਿਚ ਦੇ ਰੀਅਲੀ ਵਿਸ਼, ਦੇ ਵਿੱਚ ਦੇ ਰੀਅਲੀ ਵਾਂਟ, ਦੈਟ ਇਜ਼ ਨੋਟ ਕਮਿੰਗ ਓਵਰ ਦੇਅਰ। ਉਹ ਨਹੀਂ ਆ ਰਹੀ ਉੱਥੇ। ਵਟ ਇਜ਼ ਦ ਲੈਕਿੰਗ? They are actually good earner. They have good resources. They are living in good actually country or good region, but still something is missing over there. ਕੁਛ ਨਾ ਕੁਛ ਤੇ ਹੈ ਹੋ ਜਿਹੜਾ ਉਸ ਰੂਪ ਵਿੱਚ ਮਿਸ ਹੋ ਰਿਹਾ। ਕਹਾਣੀ ਨੂੰ ਮੈਂ ਬਾਤ ਕਹਿਣ ਲੱਗਾ ਸੀ ਤਾਂ ਕਿ ਚੀਜ਼ਾਂ ਸਮਝ ਆ ਸਕਣ। ਉਹ 'ਚ ਹੁੰਦਾ ਇਹ ਹੈ ਕਿ ਤੇ ਬੜੀ ਲੰਮੀ ਚੌੜੀ ਟੂਕ ਮਾਤਰ ਬਿਆਨ ਕਰਦਾ ਆ। ਗ੍ਰੀਕ ਰਿਸੋਰਸਿਸ ਦੇ ਵਿੱਚੋਂ ਸਟੋਰੀ ਹੈਗੀ ਉਹ। ਅਤੇ ਉਹ ਕਹਿੰਦੇ ਨੇ ਕਿ ਇੱਕ ਰਾਜੇ ਦੀ ਬੇਟੀ ਹੈ ਅਤੇ ਉਸ ਨੂੰ ਇੱਕ ਨੋਰਮਲ ਫਾਰਮਿੰਗ ਕਰਨ ਵਾਲਾ ਕਿਡ ਜਿਹੜਾ ਆ ਉਹ ਪਸੰਦ ਆ ਜਾਂਦਾ। They have some kind of relationship affair, you can say. ਰਾਜਾ ਚਾਹੁੰਦਾ ਨਹੀਂਗਾ ਕਿ ਇਹਦੀ ਮੈਰਿਜ ਇੱਥੇ ਹੋਏ, but still actually he really loved her daughter, and in front of her wish he was totally he surrendered himself and he was saying, okay, if you really want it I will allow you. ਉਹਨੇ ਮੈਰਿਜ ਕਰ ਦਿੱਤੀ। she was very happy. ਉਸ ਫਾਰਮਰ ਦਾ ਜਿਹੜਾ ਬੇਟਾ ਸੀਗਾ ਉਹਦੇ ਨਾਲ ਚਲੀ ਗਈ, ਉੱਥੇ ਜਾ ਕੇ ਉਹਦੇ ਘਰ ਰਹਿਣ ਲੱਗ ਗਈ। ਹੁਣ ਬੜਾ ਵਧੀਆ ਆ, ਜੀਵਨ ਵਧੀਆ ਚੱਲ ਰਿਹਾ। ਦੇ ਹੈਵ ਦੇਅਰ ਓਨ ਲੈਂਡ, ਦੇ ਹੈਵ ਐਵਰੀ ਰਿਸੋਰਸਿਸ ਐਂਡ ਟੂ ਈਟ, ਟੂ ਇੰਜੋਏ ਗੁੱਡ ਸ਼ੈਲਟਰਸ, ਐਵਰੀਥਿੰਗ ਇਜ਼ ਅਵੇਲੇਬਲ। ਥੋੜ੍ਹਾ ਵਕਤ ਬਤੀਤ ਹੋਇਆ ਅਤੇ ਉਹਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਉਹਦੇ ਹਸਬੈਂਡ ਨੂੰ ਜਾਂ ਉਸ ਲੜਕੇ ਨੂੰ ਕਿ ਇਹ ਹੁਣ ਓਨੀ ਖੁਸ਼ ਨਹੀਂ ਰਹਿੰਦੀ ਜਿੰਨੀ ਪਹਿਲਾਂ ਹੁੰਦੀ ਸੀਗੀ। ਸ਼ੁਰੂ ਦੇ ਵਿੱਚ ਜਦੋਂ ਵਿਆਹ ਹੋਇਆ, ਰਿਸ਼ਤਾ ਹੋਇਆ, ਹੌਲੀ ਹੌਲੀ ਉਹਨੂੰ ਚੀਜ਼ ਜਿਹੜੀ ਹੈਗੀ ਉਹਨੂੰ ਬਗ ਕਰਨ ਲੱਗ ਗਈ। ਜਦੋਂ ਬਗ ਕਰਨ ਲੱਗ ਗਈ ਤਾਂ ਉਹਨੇ ਫਿਰ ਉਹਨੂੰ ਪੁੱਛਣਾ ਕਿ ਵਾਈ ਆਰਨਟ ਯੂ ਹੈਪੀ, ਵਟ ਇਜ਼ ਮਿਸਿੰਗ ਓਵਰ ਹੇਅਰ, ਵਾਈ ਡੋਂਟ ਯੂ ਟੈਲ ਮੀ।
मैं कुछ होर करदा किसी तरीके नाल, गल की है। उस नूं थोड़ा बहुता जवाब देंदी पर उन्होंने कुछ समझ ना लगदी। उन्हें आइडिया लाया कि किस गल तो ये दुखी होएगी। सोचिया एक्चुअली ना इनू वधिया वधिया जिहड़े ने वैजीटेबल्स होर पैदा करके लिया घर लियाउना आ, मैं वधिया वधिया फ्रूट घर लैके आउना, वध तो वध वधिया तो वधिया होर जो कोई पाण वाला समान है वो जिहा लैके आउना, ताकि ये सब चीज़ां घर होणगियां। शी इज़ गोना बी हैप्पी। वो ये चीज़ां कर रहा हुण, वो होर समान लिया रहा, होर जिन्ना वध समान लिया रहा, जिन्ने वध फ्रूट लिया रहा, वैजीटेबल्स लिया रहा, डिफरेंट ग्रेन्स लिया रहा, होर पान कपड़े वगैरह जो कुछ चीज़, शी इज़ एक्चुअली गेटिंग मोर सैड, शी इज़ एक्चुअली नॉट हैविंग दैट मच इंजॉयमेंट। वो खैर करद्या करद्या बड़ा दुखी हो जाता। कुछ तो है जिहड़ा इत्थे मिसिया। खैर वो एक दिन फिर उन्होंने कोल बिठा के उन्होंने पुछदा है, कहंदा भी तू दुखी है तो मैं भी दुखी हाँ, खुश कोई भी नहीं, विआह तो खुशी वास्ते कराया सीगा, हुण दस भी आखिरकार कीता की जाए। मैं तो हर विश फुलफिल कर रहा तेरी, वधिया तो वधिया समान लिया रहा, सब चीज़ां लिया रहा, मैनूं पता तू राजे की बेटी है, बट घर भी तो तेरे को राजियां वर्गा ही सारा समान है, नौकर चाकर एवरीथिंग आई एम प्रोवाइडिंग टू यू। वो फिर कहंदी उन्होंने, कहंदी कि गल ये है कि मैं समझ रही हाँ तेरी एफर्ट सारी, एंड आई एम नॉट कंप्लेनिंग टूवर्ड योर एफर्ट्स एट ऑल, बट आई हैव डायग्नोस्ड व्हाट आर द मेन इशू which are bugging me, which are actually not letting me to be on that level where I used to have state of mind, I used to have actually happiness। वो कहंदा की होया? वो फिर उन्होंने कहंदी है मैं राजे की बेटी सी, आ सारा कुछ समान समून ते खाण पीण उत्थे भी मिलता सी, बल्कि तेरे घर वधिया मिलता, होर फ्रैश मिलता, वधिया है। उत्थे जिहड़ी होर चीज़ मिलती सी, वो मिलती सी कि राजे दे घर दे च वक्त बा वक्त चंगे चंगे सियाणे लोग आउंदे सी, फिलोसफर्स आउंदे सीगे, स्कॉलर्स आउंदे सीगे, स्पिरिचुअल लोग आउंदे सीगे। उन्हां लोकां दी असीं कंपनी च बैठदे सीगे। वो लोग सानू साडे मोराल नूं, साडे जिहड़ा हैगा इंटरनल जिहड़ा इनर लैवल है उसनूं, जिहड़ी साडी माइंड की खुराक आ, वो फूड प्रोवाइड करते होंदे सन सानू। जदों दी मैं तेरे घर आई हाँ, मेरे को फिजिकल साइड तो हर रिसोर्सिस हैगा आ, बट हाउ अबाउट मेंटल साइड, हाउ अबाउट स्पिरिचुअल साइड? आई एम टोटली स्टार्विंग टुवर्ड दैट साइड। बंदे दी भुख सिर्फ शरीर की भुख नहीं होंदी, बंदे दी भुख रूह की भुख है। तुसीं देखो अज जिहड़ियां अल्टरनेटिव थैरेपी से, अल्टरनेटिव ट्रीटमेंट्स के अंदर होम्योपैथी कित्थे आ रही है, नैचुरोपैथी कित्थे आ रही है, होलिस्टिक हीलिंग प्रोग्राम्स कित्थे आ रहे हैं। इन्हां सारियां दी बेस लाइन की है? इन्हां दी बेस लाइन ये है, बंदे दा शरीर बीमार नहीं हुंदा, बंदे दी रूह ते बंदे दा मन बीमार हुंदा। जे तुसीं उहदे रूह ते उहदे मन तो उहनूं इलाज करा दिओ, शरीर ठीक हो जाता। एक्चुअली जिहड़ा एडे वड्डे लैवल ते एनर्जी हीलिंग प्रोग्राम वर्ल्ड लैवल ते चल रहा है होलिस्टिक हीलिंग के अंदर, यही चीज़ है। बंदे दे अंदरूनी दुनिया दे विच ते जिथे बंदे नूं अंदर दी दुनिया दी समझ ही कोई नहीं है, उत्थे की हालत आएगी। सोसाइटी बीमार आ ते बीमार सोसाइटी वनरेबल होंदी है। बीमार सोसाइटी जिहड़ी है ओदा कोई वजूद नहीं होंदा। जे तुसीं देखो गुरु नानक साहब की आमद तो पहला उस खिते की हालत बिल्कुल है, बीमार है सोसाइटी। बीमार लोग स्लेव ने। ये नहीं कि बाहरों मुगल आए तो मुगलों ने आके वड्डे उन्होंने जिहड़ा संगल पा ले, एंड दैट्स व्हाई दे बिकेम एक्चुअली स्लेव्स। नो, दे वर ऑलरेडी slaves of their own, actually you can say illiteration। अपनी ही अमूढ़ता, अपनी ही ज्ञानता दे विच उन्हां दी हालत है सी। मैं तुहानूं एक हिस्टोरिकल एक एग्जाम्पल होर दे देना, क्योंकि जिहड़ी गुरु साहब ने सैल्वेशन की गल की है ना,
ਇਹ ਲਿਬਰੇਟ ਕੀਤਾ ਆ, ਲਿਬਰੇਟ ਕੀਤਾ ਉਸ ਸਾਰੇ ਟਰੈਪ ਤੋਂ, ਜਿਹੜਾ ਟਰੈਪ ਬੰਦੇ ਦੇ ਬਾਹਰ ਨਹੀਂ ਗਾ, ਬੰਦੇ ਦੇ ਅੰਦਰ ਆ, ਜਿਹਦੇ ਤੋਂ ਮੁਕਤੀ ਸ਼ਬਦ ਦਿੰਦਾ ਆ। ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਦਿੰਦਾ ਹਾਂ। ਹਿਸਟੋਰੀਕਲੀ ਜਿਹੜਾ ਸੀਗਾ ਬਾਬਰ, ਜਿਸ ਤੋਂ ਬਾਅਦ ਮੁਗਲਿਆ ਹਕੂਮਤ ਸਟੈਬਲਿਸ਼ ਹੁੰਦੀ ਹੈ, ਬਾਬਰ ਦਾ ਤਵਾਰੀਖ ਦੇ ਵਿੱਚ ਦਾਦਾ ਬਣਦਾ ਤੈਮੂਰ ਲੰਗ। ਲੱਤ ਤੋਂ ਲੰਗੜਾ ਸੀਗਾ, ਪੰਜਾਬੀ 'ਚ ਲੰਗਾ ਲਫ਼ਜ਼ ਅਸੀਂ ਯੂਜ਼ ਕਰਦੇ ਹਾਂ, ਜਿਹੜਾ ਬੰਦਾ ਇੱਕ ਲੱਤ ਤੋਂ ਜਿਹੜਾ ਹੈਗਾ ਅਪਾਹਜ ਹੋਏ, ਤੈਮੂਰ ਲੰਗ ਉਹਨੂੰ ਕਹਿੰਦੇ ਸੀਗੇ। ਇਹਨੇ ਭਾਰਤੀ ਖਿੱਤੇ 'ਤੇ ਕਈ ਵਾਰ ਅਟੈਕ ਕੀਤਾ, ਬੜਾ ਲੁੱਟਿਆ, ਬੜਾ ਲੋਕਾਂ ਨੂੰ ਗੁਲਾਮ ਬਣਾ ਕੇ ਖੁਰਾਸਾਨ ਦੇ, ਕਾਬੁਲ ਦੇ, ਕੰਧਾਰ ਦੇ, ਗਜਨੀ ਦੇ, ਤੁਖਾਰੇ ਬੁਖਾਰੇ ਜਿਹੜਾ ਹੈਗਾ ਇਹਨਾਂ ਬਾਜ਼ਾਰਾਂ 'ਚ, ਤਹਿਰਾਨ ਦੇ ਬਾਜ਼ਾਰਾਂ 'ਚ ਵੇਚਿਆ। ਇਸ ਵਾਰੀ ਵੀ ਅਟੈਕ ਕਰਨ ਵਾਸਤੇ ਆਇਆ, ਦਿੱਲੀ ਇਹਨੇ ਆਪਣਾ ਟਿਕਾਣਾ ਕੀਤਾ। ਅਤੇ ਇਸ ਦੇ ਫੌਜੀਆਂ ਨੇ ਕੋਈ ਇੱਕ ਕਹਿੰਦੇ ਨੇ ਲੱਖ ਦੇ ਕਰੀਬ ਜਿਹੜਾ ਆ ਉਹ ਗੁਲਾਮ ਬਣਾ ਲਿਆ। ਇੰਨਾ ਜ਼ਿਆਦਾ, ਮਤਲਬ ਇਹ ਕਿ ਹਾਲਤ ਇਹ ਹੈ ਕਿ ਉਹ ਕਹਿੰਦੇ ਨੇ ਕਿ ਇਹ ਅਪਰੋਕਸੀਮੇਟ ਗਿਣਤੀ ਹੈ, ਐਗਜ਼ੈਕਟ ਗਿਣਤੀ ਤਾਂ ਕੋਈ ਦੱਸ ਨਹੀਂ ਸਕਦਾ। ਇੱਕ ਇੱਕ ਸਿਪਾਹੀ ਨੇ 6 ਗੁਲਾਮ ਬਣ ਲਏ, 6 ਗੁਲਾਮ। ਵਨ ਐਕਚੁਅਲੀ ਸੋਲਜਰ ਵਾਜ਼ ਹੋਲਡਿੰਗ 6 ਸਲੇਵ ਐਟ ਏ ਟਾਈਮ। ਉਹਨਾਂ ਨੂੰ 6 ਜਣਿਆਂ ਨੂੰ ਇਸ ਤਰੀਕੇ ਨਾਲ ਰੱਸੀਆਂ ਪਾ ਕੇ ਬੰਨ ਲਿਆ, ਅਤੇ ਬੰਨ ਲਿਆ ਆਪਣੀ ਕਮਰ ਦੇ ਨਾਲ, ਆਪਣੇ ਲੱਕ ਦੇ ਨਾਲ। ਰਾਤ ਪਈ, ਆਰਾਮ ਕਰ ਰਿਹਾ ਤੈਮੂਰ ਲੰਗ, ਅਤੇ ਉਹਨੂੰ ਰਾਤ ਪਏ ਨੂੰ ਖਿਆਲ ਆਇਆ ਸੁਪਨੇ ਦੇ ਰੂਪ ਦੇ ਵਿੱਚ। ਉਹਨੂੰ ਲੱਗਾ ਕਿ ਜੇ ਕੋਈ ਇਹਨਾਂ ਗੁਲਾਮਾਂ ਨੂੰ ਥੋੜ੍ਹਾ ਜਿਹਾ ਕੋਈ ਸੈਂਸ ਦੇ ਦੇ, ਅਤੇ ਇਹ ਦੱਸ ਦੇ ਵੀ ਤੁਸੀਂ 6 ਹੋ ਅਤੇ ਸਿਪਾਹੀ ਇੱਕ ਹੈ, ਅਤੇ ਇਹ 6 ਬੰਦੇ ਕੁਛ ਨਾ ਕਰਨ, ਇੱਕ ਸਾਈਡ ਨੂੰ ਜ਼ੋਰ ਲਗਾ ਕੇ ਭੱਜ ਵਗਣ, ਮੇਰਾ ਸਿਪਾਹੀ ਤੇ ਪੈਰ ਨਹੀਂ ਲੱਗਣਗੇ ਮੇਰੇ ਸਿਪਾਹੀ ਦੇ। 6 ਬੰਦੇ, ਇੱਕ ਜਿਹੜਾ ਆ ਸਿਪਾਹੀ ਨੂੰ ਮਰ ਜਾਏਗਾ ਸਿਪਾਹੀ ਤੇ। ਦੈਟ ਮੀਨ ਇਹ ਤੇ ਮੇਰੇ ਐਕਚੁਅਲ ਲੈਵਲ ਤੇ ਅਸੈਸੀਨੇਸ਼ਨ ਦੀ, ਮੇਰੀ ਕਤਲੇਆਮ ਦੀ ਮੇਰੀ ਕਹਾਣੀ ਲਿਖੀ ਜਾ ਰਹੀ ਹੈ, ਅਸੀਂ ਤੇ ਮਰ ਜਾਵਾਂਗੇ ਸਾਰੇ। ਉਹ ਉੱਠਿਆ, ਉੱਠਦਿਆਂ ਨਾਲ ਉਹਨੇ ਇੱਕੋ ਦਮ ਜਿਹੜਾ ਹੈਗਾ ਆਰਡੀਨੈਂਸ ਦਿੱਤਾ, ਆਪਣੇ ਵੱਲੋਂ ਹੁਕਮ ਦਿੱਤਾ, ਸਾਰੇ ਫੌਜ ਦੇ ਵਿੱਚ ਜ਼ੋਰ ਲਾ ਕੇ, ਨਗਾਰਾ ਲਾ ਕੇ, ਇੱਕ ਵੀ ਗੁਲਾਮ ਜ਼ਿੰਦਾ ਨਹੀਂ ਰਹਿਣਾ ਚਾਹੀਦਾ, ਸਾਰੇ ਕਤਲ ਕਰ ਦਿਓ। ਉਹ ਕਹਿੰਦੇ ਕਰੀਬ ਲੱਖ ਦੇ ਕਰੀਬ ਬੰਦਾ ਇੱਕੋ ਦਿਨ ਦੇ ਵਿੱਚ ਕਤਲ ਕਰ ਦਿੱਤਾ। ਉਹਨੂੰ ਲੱਗਾ ਵੀ ਜੇ ਛੱਡਾਂਗੇ ਵੀ ਤਾਂ ਇੰਨੇ ਬੰਦੇ ਸਿਪਾਹੀ ਜਿਹੜੇ ਨੇ ਕਿਵੇਂ ਹੈਂਡਲ ਕਰਨਗੇ, ਇੰਨੇ ਗੁਲਾਮ ਕਿੱਥੇ ਛੱਡ ਕੇ ਆਵਾਂਗੇ, ਕਿ ਡਰ ਨਾ ਜਾਣ ਕਿਤੇ ਸਿਪਾਹੀ ਕੁਝ ਹੋ ਜਾਏ। ਉਹ ਕਹਿੰਦਾ ਹੁਕਮ ਹੀ ਦੇ ਦਿਓ, ਮਾਰ ਦਿਓ। ਉਸ ਸਮੇਂ ਹਿਸਟੋਰੀਕਲੀ ਮੈਂ ਕੁਝ ਸਟੇਟਮੈਂਟਸ ਪੜ੍ਹ ਰਿਹਾ ਸੀਗਾ। ਇੱਕ ਉਹਦਾ ਬੜਾ ਨੇੜਲਾ ਕਾਜ਼ੀ ਹੁੰਦਾ ਹੈ, ਅਤੇ ਉਹ ਕਾਜ਼ੀ ਆ ਕੇ ਉਹਨੂੰ ਕਹਿੰਦਾ ਕਿ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਇੱਕ ਮੁਰਗੀ ਵੀ ਜ਼ਿਬਾ ਕਰਕੇ, ਹਲਾਲ ਕਰਕੇ ਨਹੀਂ ਖਾਧੀ, ਇੱਕ ਮੁਰਗੀ ਵੀ। ਲੋਕ ਮੇਰੇ ਲਈ ਹਲਾਲ ਕਰਦੇ ਸੀ, ਕਸਾਈ ਹਲਾਲ ਕਰਦੇ ਸੀ, ਅਤੇ ਮੈਂ ਤਾਂ ਖਾਂਦਾ ਹੀ ਸੀ ਬਸ। ਕਹਿੰਦਾ ਅੱਜ ਮੈਂ ਵੀ ਐਟਲੀਸਟ 2 ਬੰਦੇ ਮਾਰ ਕੇ ਆਇਆ ਹਾਂ। ਮਤਲਬ ਇਹ ਹਾਲਤ ਇਸ ਕਿਸਮ ਦੇ ਨਾਲ ਇਹ ਕਤਲੋਗਾਰਤ ਇਸ ਰੂਪ ਵਿੱਚ ਹੋਈ। ਹੁਣ ਮੰਨੋ ਇਸ ਗੱਲ ਨੂੰ, ਜਿਸ ਖਿੱਤੇ 'ਚ ਇਹ ਹਾਲਤ ਹੋਏ, 6 ਬੰਦੇ ਇੱਕ ਸਿਪਾਹੀ ਦੇ ਕੇ ਡਰਦੇ ਹੋਏ, ਅਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਬਣ ਗਏ, ਮਤਲਬ ਗੁਲਾਮ ਬਣ ਗਏ, ਤੇ ਉਹਨੇ ਕਤਲ ਕਰ ਦਿੱਤੇ। ਉਹਨਾਂ ਲੋਕਾਂ ਨੂੰ ਅਵੇਅਰ ਕਿਵੇਂ ਕਰਾਂਗੇ? ਤੇ ਫਿਰ ਉਸ ਲੈਵਲ ਤੇ ਲੈ ਕੇ ਆਵਾਂਗੇ ਜਿੱਥੇ 1.25 ਲੱਖ ਸੇ ਏਕ ਲੜਾਓ। ਮੁਗਲਾਂ ਨੂੰ ਸਮਝ ਨਹੀਂ ਆਉਂਦੀ ਵੀ ਇਕੱਲਾ ਬੰਦਾ ਆ, ਸਾਡੀ ਐਡੀ ਵੱਡੀ ਫੌਜ ਹੈ, ਸਾਡੇ ਅੱਗੇ ਫਿਰ ਆਕੜਦਾ ਹੈ। ਉਹਨਾਂ ਨੂੰ ਦੱਸਦਾ ਆ ਬਰਾਬਰੀ ਜਾਂ ਮਨੁੱਖ ਦਾ ਮਤਲਬ ਮਨੁੱਖ ਆ, ਤੁਸੀਂ ਮੈਨੂੰ ਗੁਲਾਮ ਨਹੀਂ ਬਣਾ ਸਕਦੇ। ਮੈਂ ਇਹਨੂੰ ਹੋਰ ਐਗਜ਼ਾਮਪਲ ਦੇਣਾ, ਕਿਉਂਕਿ ਸ਼ਬਦ ਅੱਖਰੀ ਨਾਮ ਅੱਖਰੀ ਸਾਲਾ, ਗੁਰੂ ਗ੍ਰੰਥ ਸਾਹਿਬ ਨੂੰ ਡਿਸਪਲੇ ਕਰਨਾ ਦਰਬਾਰ ਸਾਹਿਬ ਦੇ ਵਿੱਚ, ਇਹ ਕੀ ਹੈ? ਇਹ ਇੱਕ ਤਰ੍ਹਾਂ ਦੀ ਆਟੋਨਮੀ ਹੈ, ਇੱਕ ਆਜ਼ਾਦੀ ਹੈ ਹਰ ਪੱਖ ਤੋਂ। ਉਹਨੂੰ ਤੁਸੀਂ ਧਾਰਮਿਕ ਪੱਖ ਤੋਂ ਲੈ ਲਓ, ਉਹਨੂੰ ਤੁਸੀਂ ਸਪਿਰਿਚੁਅਲ ਰੂਹਾਨੀ ਪੱਖ ਤੋਂ ਲੈ ਲਓ, ਉਹਨੂੰ ਤੁਸੀਂ ਅਧਿਆਤਮਿਕ ਪੱਖ ਤੋਂ ਲੈ ਲਓ, ਸੋਸ਼ਲ ਸਾਈਡ ਤੋਂ ਲੈ ਲਓ, ਐਨੀ ਸਾਈਡ। ਮੈਂ ਉਸ ਨੂੰ ਜਿਹੜੀ ਸਿੰਪਲ ਲੈਵਲ 'ਤੇ ਬਿਆਨ ਕਰਨ ਲੱਗਾ ਸੀਗਾ। ਲਿਟਰੇਚਰ 'ਚ ਇੱਕ ਤੋਂ ਬਾਅਦ ਇੱਕ ਰਿਸੋਰਸਿਸ ਨੇ ਸਾਡੇ ਕੋਲ। ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਤੁਹਾਡੇ ਸਾਹਮਣੇ, ਫਿਰ ਮੈਂ ਕੁਛ ਸ਼ਬਦ ਦੀ ਬਾਤ ਹੋਰ ਕਰਦਾ ਹਾਂ। ਬੜੇ ਦਾਨਸ਼ਮੰਦ ਦੀ ਲਿਖੀ ਹੋਈ ਬਾਤ ਆ, ਅਤੇ ਉਹ ਹੁੰਦਾ ਇਹ ਹੈ ਕਿ ਕੋਈ ਸੌਦਾਗਰ ਆ, ਅਤੇ ਉਹ ਸੌਦਾਗਰ ਜਾ ਰਹੇ ਨੇ ਆਪਣੇ ਕਾਫਲੇ ਦੇ ਨਾਲ, ਅਤੇ ਰਸਤੇ 'ਚ ਇੱਕ ਜਗ੍ਹਾ ਟਿਕਾਣਾ ਕੀਤਾ, ਅਤੇ ਆਪਣੇ ਤੰਬੂ ਵਗੈਰਾ ਲਗਾ ਕੇ ਆਰਾਮ ਕਰਨ ਲੱਗੇ ਨੇ। ਅਤੇ ਉਸੇ ਸੌਦਾਗਰ ਦਾ ਇੱਕ ਨੌਕਰ ਆ,
ਤੇ ਉਹ ਕਹਿੰਦਾ ਵੀ ਮੁਸ਼ਕਲ ਇਹ ਹੈ ਕਿ ਸਾਡੇ ਕੋਲ ਊਠਾਂ ਨੂੰ ਬੰਨ੍ਹਣ ਵਾਸਤੇ ਰੱਸੇ ਘੱਟ ਨੇ। 4 ਊਂਠ ਤੇ ਬੰਨ੍ਹ ਲੈਣੇ, ਕੋਈ 2 ਊਂਠ ਐਕਸਟਰਾ ਨੇ, ਤੇ ਉਹਨਾਂ ਨੂੰ ਬੰਨ੍ਹਣ ਲਈ ਰੱਸੇ ਨਹੀਂ ਹੈਗੇ ਪ੍ਰੋਪਰਲੀ, ਨਾ ਕਿੱਲੇ ਨੇ ਗੱਡਣ ਵਾਸਤੇ ਜ਼ਮੀਨ ਦੇ ਵਿੱਚ। ਸੋ ਇਹ ਮੁਸ਼ਕਲ ਹੋਣ ਕਰਕੇ ਅਸੀਂ ਸੋ ਨਹੀਂ ਪਾਵਾਂਗੇ, ਕੀ ਕਰਾਂਗੇ। ਉਹ ਸੁਦਾਗਰ ਸਿਆਣਾ ਸੀਗਾ, ਅਕਸਰ ਵਪਾਰੀ ਬੰਦਾ, ਕਾਫਰਿਆਂ ਨਾਲ ਜਾਂਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਉਹ ਜਿਹੜੇ ਊਂਠ ਨੂੰ ਕਿੱਲਾ ਨਹੀਂ ਹੈਗਾ ਬੰਨ੍ਹਣ ਵਾਸਤੇ, ਰੱਸਾ ਨਹੀਂ ਹੈਗਾ, ਉਹਦੇ ਕੋਲ ਗਿਆ। ਉਹਨੇ ਕੀ ਕੀਤਾ ਕਿ ਉਹਨੇ ਐਕਟਿੰਗ ਕੀਤੀ, ਐਡੀ ਤਗੜੀ ਐਕਟਿੰਗ ਕੀਤੀ ਵੀ ਜਿਵੇਂ ਬੜਾ ਔਖਾ ਹੋ ਕੇ ਰੱਸਾ ਬੰਨਿਆ ਉਹਦੇ ਗਲ ਦੇ ਵਿੱਚ, ਫਿਰ ਖਿੱਚ ਕੇ ਉਹਨੇ ਬੜਾ ਔਖਾ ਹੋਇਆ ਕਿੱਲਾ ਗੱਡਿਆ ਉਸ ਤਰੀਕੇ ਨਾਲ ਸਾਰਾ ਕਰ ਕਰਾ ਕੇ ਦੋਨਾਂ ਊਂਠਾਂ ਦੇ ਕੋਲ, ਤੇ ਉਹ ਆ ਕੇ ਸੌ ਗਿਆ। ਤੇ ਨੌਕਰਾਂ ਨੂੰ ਕਹਿੰਦਾ ਤੁਸੀਂ ਵੀ ਸੋ ਜਾਓ। ਸੋ ਗਏ। ਦਿਨ ਚੜ੍ਹਿਆ ਤੇ ਦੋਨੋਂ ਊਂਠ ਉੱਥੇ ਬੈਠੇ, ਬਿਨਾਂ ਰੱਸੇ ਤੋਂ, ਬਿਨਾਂ ਕਿੱਲੇ ਤੋਂ। ਨੌਕਰ ਬੜਾ ਹੈਰਾਨ ਹੋਇਆ, ਕਹਿੰਦਾ ਕਮਾਲ ਹੈ ਸ਼ਾਹ, ਆਹ ਤੇ ਪਹਿਲੀ ਵਾਰੀ ਦੇਖਿਆ। ਉਹ ਕਹਿੰਦਾ ਜੋ ਤੂੰ ਦੇਖਿਆ ਉਹ ਤੇ ਠੀਕ ਆ, ਇਹ ਜਿਹੜਾ ਰੱਸਾ ਬੰਨਿਆ, ਜਿਹੜਾ ਕਿੱਲਾ ਰਾਤ ਦਾ ਗੱਡਿਆ ਆ, ਦੂਜਿਆਂ ਦੇ ਤੇ ਖੋਲਾਂਗੇ ਈਜ਼ੀਲੀ। ਜਿੰਨੇ ਔਖੇ ਬੰਨੇ ਨੇ ਰਾਤੀ, ਓਨੇ ਔਖੇ ਖੋਲਣੇ ਪੈਣਗੇ ਹੁਣ। ਉਸ ਤੋਂ ਕਿਤੇ ਵੱਧ ਐਕਟਿੰਗ ਕਰਨੀ ਪੈਣੀ ਵੱਡੇ ਲੈਵਲ ਤੇ ਇਹਨਾਂ ਨੂੰ ਖੋਲਣ ਵਾਸਤੇ। ਕਿਉਂ? ਕਿਉਂਕਿ ਦੂਜੇ ਤੇ ਗਲ ਤੋਂ ਵੱਜੇ ਸੀ, ਮਨ ਤੋਂ ਵੱਜ ਗਏ ਨੇ। ਇਹ ਜਿਹੜੀ ਅੰਦਰ ਦੀ ਦੁਨੀਆ ਹੈ ਨਾ, ਬੰਦਾ ਸਲੇਵ ਆ। ਸੌਰੀ ਟੂ ਸੇ, in today's world, what we are facing over here, lust, greed, anger, jealous, all these things. Why people are suffering? I'm working actually with CSC from last few years, and I'm witnessing over there, ਏਡੇ ਏਡੇ ਚੰਗੇ ਪੜ੍ਹੇ ਲਿਖੇ ਲੋਕ, ਏਡੇ ਏਡੇ ਇੰਡੀਵਿਜੂਅਲ ਵਧੀਆ ਜੇਲ੍ਹਾਂ 'ਚ ਬੈਠੇ ਨੇ। ਰੀਜ਼ਨ, ਐਂਗਰ ਨਹੀਂ ਕੰਟਰੋਲ ਕਰਨ ਦਾ ਪਤਾ। ਕਿਸੇ ਜੈਲਸ ਵਿੱਚ, ਕਿਸੇ ਗਰੀਡ ਵਿੱਚ, ਕਿਸੇ ਲਸਟ ਵਿੱਚ, ਕਿਸੇ ਅਲਾਮਤ ਦੇ ਵਿੱਚ ਇਤਨਾ ਜ਼ੋਰ ਪਾਇਆ ਉਸਨੇ, ਬੰਦਾ ਇਨਐਪਰੋਪਰੀਏਟ, ਅਨਐਥੀਕਲ, ਇਲੀਗਲ, ਅਨਹਿਊਮਨ ਉਹ ਐਕਟ ਕਰਨ ਲਈ ਤਿਆਰ ਹੋ ਗਿਆ। ਅਬ ਦੇਖੋ ਉਸ ਤਰੀਕੇ ਦੇ ਨਾਲ ਹੁਣ ਜਿਹੜੀ ਇਹ ਅਹਿਸਾਸੀਅਤ ਆ, ਇਹ ਕਿਵੇਂ ਆਏ ਬੰਦੇ ਦੇ ਅੰਦਰ ਕਿ ਬੰਦੇ ਨੇ ਆਪਣੇ ਆਪ ਨੂੰ ਸੰਭਾਲਣਾ ਆ। ਸ਼ਬਦ, ਗਿਆਨ, ਸੋਝੀ। ਤੇ ਸ਼ਬਦ ਗਿਆਨ ਗੱਲਾਂ ਹੀ ਨੇ, ਮੈਂ ਕਰ ਰਿਹਾ, ਤੁਸੀਂ ਸੁਣ ਰਹੇ ਹੋ। ਅੱਖਰ ਹੀ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਉਸ ਰੂਪ ਦੇ ਵਿੱਚ। ਪਰ ਇਹ ਅੱਖਰ ਤੇ ਅੱਖਰਾਂ ਨੂੰ ਪਰਸੀਵ ਕਰਨ ਦਾ ਲੈਵਲ, ਇਹ ਹੈ ਗੁਰੂ ਇੰਸਟੀਟਿਊਸ਼ਨ ਦਾ ਜੌਬ। ਡੇਲ ਕਾਰਨੇਗੀ, one of the best writer in human communications, ਅੱਜ ਵੀ ਲੋਕੀ ਕਮਿਊਨੀਕੇਸ਼ਨ ਨੂੰ ਲਰਨ ਕਰਨ ਵਾਸਤੇ ਹਰ ਤਰ੍ਹਾਂ ਦਾ ਉਸ ਬੰਦੇ ਨੂੰ ਕਮਲਿਆਂ ਵਾਂਗੂ ਪੜ੍ਹਦੇ ਨੇ। ਉਹ ਬੰਦੇ ਨੇ ਕਿਹਾ ਸੀਗਾ, ਕਹਿੰਦਾ ਉਗਣਾ ਬੀਜ ਨੇ ਹੁੰਦਾ, ਉਗਾਣਾ ਮਿੱਟੀ ਨੇ ਹੁੰਦਾ, ਪਰ ਮਿੱਟੀ ਤੇ ਬੀਜ ਦੇ ਦਰਮਿਆਨ ਰਿਲੇਸ਼ਨਸ਼ਿਪ ਬਿਲਡ ਕਰਨੀ, ਇਹ ਜਿਹੜਾ ਕੰਮ ਆ, ਇਹ ਕੰਮ ਹੁੰਦਾ ਆ ਫਾਰਮਰ ਦਾ, ਇਹ ਕੰਮ ਹੁੰਦਾ ਆ ਪਲਾਂਟਰ ਦਾ, ਇਹ ਕੰਮ ਹੁੰਦਾ ਆ ਉਸ ਐਕਸਪਰਟ ਦਾ ਜਿਹੜਾ ਬੀਜ ਨੂੰ ਵੀ ਜਾਣਦਾ ਤੇ ਮਿੱਟੀ ਨੂੰ ਵੀ ਜਾਣਦਾ ਆ। ਇਹ ਗੁਰੂ ਨੇ ਕੰਮ ਕੀਤਾ। ਕਹਿੰਦਾ ਜ਼ਮੀਨ ਜਦੋਂ ਬੀਜ ਲੈਣ ਲਈ ਤਿਆਰ ਹੋ ਜਾਂਦੀ ਹੈ, ਫਿਰ ਬੀਜ ਉਹਦੀ ਆਗੋਸ਼ ਜਾ ਕੇ ਉੱਗਦਾ ਆ। ਜੇ ਉੱਤੇ ਰਹਿ ਜਾਏ ਜਾਨਵਰ ਚੁੱਗ ਜਾਂਦੇ ਨੇ, ਜੇ ਗਹਿਰਾ ਚਲਾ ਜਾਏ ਸੜ ਜਾਂਦਾ ਆਪਣੇ ਆਪ। ਜਿਹੜਾ ਗੁਰੂ ਬਾਬਾ ਜੀ ਨੇ ਉਹ ਸਾਰਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਮਾਂ ਚਲਾਇਆ, ਆਪਾਂ ਬੀਤੇ ਦਿਨਾਂ 'ਚ ਵੀ ਤਾਰੀਖ ਦੀ ਉਸ ਸਮੇਂ ਦੇ ਵਿੱਚ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੇ ਕੌਨਸੈਪਟ ਦੀ ਬਾਤ ਕੀਤੀ। ਮਗਰ ਲੋਕਾਂ ਨੂੰ ਤਾਂ ਸਮਝ ਆਉਂਦੀ ਆਏਗੀ ਨਾ। ਇਲਿਟਰੇਸ਼ਨ ਇਤਨੀ ਜ਼ਿਆਦਾ ਸੀਗੀ, ਕਿਰਤ ਦੀ ਸਮਝ ਆਈ, ਕਿਰਤ ਕਰਾਈ ਗੁਰੂ ਬਾਬਾ ਜੀ ਨੇ, ਕਿਰਤ ਵਾਲੇ ਰਾਹ ਤੇ ਤੋਰਿਆ, ਕੰਮਕਾਰ ਕਰਨ ਲੱਗ ਗਏ ਲੋਕ, ਆਪਣੇ ਕੰਟਰੀਬਿਊਸ਼ਨ ਸਹੀ ਰੂਪ ਵਿੱਚ ਪਾਉਣ ਲੱਗ ਗਏ। ਪ੍ਰੋਸਪੈਰਿਟੀ ਆਏਗੀ, ਸਾਧਨ ਜਨਰੇਟ ਹੋਣਗੇ, ਸਭ ਚੀਜ਼ਾਂ ਹੋਣਗੀਆਂ। ਪਰ ਨਾਮ, ਜਦੋਂ ਬਾਬਾ ਜੀ ਨੇ ਕਿਹਾ ਨਾਮ ਜਪੋ, ਤੇ ਕਈਆਂ ਨੇ ਹੱਥ ਉਠਾ ਕੇ ਕਿਹਾ ਬਾਬਾ ਕਿਹੜੀਆਂ ਗੱਲਾਂ ਕਰਦਾ ਆ। ਨਾਮ ਜਪਣਾ ਤੇ ਗਿਆਨਵਾਨ ਲੋਕਾਂ ਦਾ ਕੰਮ ਆ।
ਨਾਮ ਗਿਆਨ ਵਿੱਚੋਂ ਆਉਂਦਾ, ਅੱਖਰਾਂ ਸ਼ਬਦਾਂ, ਸਾਨੂੰ ਤਾਂ ਪਤਾ ਹੀ ਕੁਛ ਨਹੀਂਗਾ। ਸ਼ਬਦ ਗੁਰੂ ਦੀ ਤਾਮੀਰੀਅਤ ਵਿੱਚ ਜਿਹੜਾ ਦੂਸਰਾ ਜਾਮਾ ਗੁਰੂ ਅੰਗਦ ਸਾਹਿਬ ਦਾ ਕੰਟਰੀਬਿਊਸ਼ਨ ਦੇਖੋ ਕਿੱਡਾ ਵੱਡਾ ਆ। ਅੱਜ ਅਸੀਂ ਕੈਨੇਡੀਅਨ ਸੋਇਲ 'ਤੇ ਰਹਿ ਰਹੇ ਹਾਂ। ਸਾਡੇ ਇੱਥੇ ਨਾਰਥ ਅਮਰੀਕਨ ਜਿਹੜਾ ਨਾਰਥ ਅਮਰੀਕਾ ਦਾ ਹਿੱਸਾ ਆ, ਜਿਹਨੂੰ ਅਸੀਂ ਕੈਨੇਡਾ ਵੀ ਕਹਿ ਦਿੰਦੇ ਹਾਂ ਸਾਰੇ ਨੂੰ, ਇਸ ਸਾਰੇ ਦੇ ਵਿੱਚ ਹਜ਼ਾਰਾਂ ਜਿਹੜੇ ਐਬਰੀਜਨਲ ਟਰਾਈਬਸ ਨੇ, ਉਹ ਇੱਥੇ ਉਹਨਾਂ ਦੇ ਰੂਟਸ ਨੇ, ਉਹ ਇੱਥੇ ਲੋਕ ਰਹਿੰਦੇ ਸੀਗੇ। ਸਿਰਫ ਇੱਕ ਸ਼ਾਇਦ ਜਿਹੜੀ ਮੈਟੀਜ਼ ਹੈਗੀ ਹੈ ਅਤੇ ਇੱਕ ਨੈਨਾਵੁਡਸ ਦੀ ਇੱਕ ਲੈਂਗੁਏਜ ਹੈਗੀ ਹੈ, 2-3 ਲੈਂਗੁਏਜਸ ਨੂੰ ਛੱਡ ਕੇ ਜਿਨ੍ਹਾਂ ਦੇ ਥੋੜ੍ਹੇ ਬਹੁਤੇ ਲਿਖਾਵਟ ਦੇ ਸਟਾਈਲ ਹੈਗੇ ਨੇ, ਬਾਕੀ ਸਭ ਖਤਮ ਹੋ ਗਏ ਨੇ ਟੋਟਲੀ। ਲੈਂਗੁਏਜਸ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਗਈਆਂ ਨੇ, ਖਤਮ ਹੋ ਗਈਆਂ ਬਿਲਕੁਲ। ਰੀਜ਼ਨ ਕਿਉਂਕਿ ਉਹਨਾਂ ਨੂੰ ਲਿਖਣਾ, ਉਹਨਾਂ ਨੂੰ ਪੜ੍ਹਨਾ ਇਹ ਪ੍ਰੋਪਰ ਬੇਸ ਲੈਵਲ 'ਤੇ ਨਹੀਂ ਆ ਸਕਿਆ। ਆਪ ਭਾਰਤੀ ਖਿੱਤੇ ਦੀ ਬਾਤ ਕਰੋ, ਭਾਰਤੀ ਖਿੱਤੇ ਦੇ 'ਚ ਅੱਜ ਕਿਹਾ ਜਾਂਦਾ ਆ ਉੱਥੇ ਦੀਆਂ 18 ਦੇ ਕਰੀਬ ਰੀਜਨਲ ਲੈਂਗੁਏਜਸ ਨੇ, 13 ਰੀਜਨਲ ਲੈਂਗੁਏਜਸ ਦਾ ਲਿਖਾਵਟ ਸਟਾਈਲ ਹੈ, ਸਾਰਾ ਕੁਛ ਹੈ, ਬਿਲਕੁਲ ਹੈ। ਜੇ ਤੁਸੀਂ ਦੇਖੋ ਤਾਂ ਇਕੱਲੇ ਪੰਜਾਬ ਦੇ ਵਿੱਚ ਹੀ ਮਤਲਬ ਕਿੰਨੇ ਡਾਇਲੈਕਟ, ਕਿੰਨੇ ਡਿਫਰੈਂਟ ਕਿਸਮ ਦੇ ਪੰਜਾਬੀ ਦੇ ਜਾਂ ਉਪ ਬੋਲੀਆਂ ਨੇ। ਆਪਾਂ ਸ਼ੁਰੂ ਹੋ ਜਾਈਏ ਬਾਂਗਰ ਤੋਂ। ਬਾਂਗਰ ਦੀ ਸੇਰੂ ਬੋਲੀ ਹੈ, ਬਾਂਗਰੂ ਬੋਲੀ ਜਿਹੜੀ ਹੈ ਇਹ ਬ੍ਰਿਜ ਭਾਸ਼ਾ ਹਿੰਦੀ ਜ਼ਬਾਨ ਦੇ ਨੇੜੇ ਘੱਟ ਆ, ਪੰਜਾਬੀ ਜ਼ਬਾਨ ਦੇ ਨੇੜੇ ਜ਼ਿਆਦਾ ਆ। ਕੋਈ ਬਾਂਗਰੂ ਬੋਲਦਾ ਹੋਏ, ਇੱਕ ਹਿੰਦੀ ਬੋਲਣ ਸਮਝਣ ਵਾਲਾ ਬੰਦਾ ਨਹੀਂ ਸਮਝ ਸਕਿਆ, ਪੰਜਾਬੀ ਜਿਹੜਾ ਜਾਣਨ ਵਾਲਾ ਸਮਝ ਲਏਗਾ ਉਹਦੀ ਮੋਸਟਲੀ ਵਰਡ ਜਿਹੜੇ ਨੇ। ਇਸ ਤੋਂ ਬਾਅਦ ਜਿਹੜੀ ਹੈ ਸੇਰੂ ਤੋਂ ਬਾਅਦ ਜਿਹੜੀ ਹੈ ਉਹ ਆਉਂਦੀ ਹੈ ਪੁਆਂਦੀ ਬੋਲੀ। ਸੇਰੂ ਬੋਲੀ ਤੋਂ ਬਾਅਦ ਪੁਆਂਦੀ ਬੋਲੀ ਹੈ ਜਿਹੜੀ ਪਹੇਵਾ, ਕੈਥਲ, ਚੀਕਾ, ਘੱਗਰ ਦੇ ਨਾਲ ਪਟਿਆਲਾ ਬੈਲਟ 'ਚ ਰੋਪੜ ਤੋਂ ਲੈ ਕੇ ਸਾਰੀ ਬੋਲੀ ਜਾਂਦੀ ਹੈ। ਫਿਰ ਉਹ ਥੋੜ੍ਹਾ ਅੱਗੇ ਵਧੋਗੇ, ਉੱਤੇ ਬਿਲਕੁਲ ਪਹਾੜਾਂ ਦੀ ਤਲਹਟੀ, ਦੁਆਬ ਦੇ 'ਚ ਦੁਆਬੀ ਹੈ, ਪਰਲੇ ਪਾਸੇ ਮਲਵਈ ਹੈ, ਮਾਲਵੇ ਦੀ ਬੋਲੀ। ਥੋੜ੍ਹਾ ਅੱਗੇ ਵਧੋਗੇ ਤੁਹਾਨੂੰ ਪਤਾ ਲੱਗੇਗਾ ਮਾਝੀ ਬੋਲੀ, ਬਿਆਸ ਕ੍ਰੋਸ ਕਰਦਿਆਂ ਹੋਇਆਂ। ਫਿਰ ਤੁਹਾਨੂੰ ਰਿਚਨਾ ਦੁਆਬ ਟਕਸਾਲੀ ਬੋਲੀ ਮਿਲੇਗੀ। ਰਿਚਨਾ ਦੁਆਬ ਹੈ ਰਾਵੀ ਅਤੇ ਝਨਾਹ ਦੇ ਦਰਮਿਆਨ ਦਾ ਇਲਾਕਾ ਜਿਹੜਾ ਹੈਗਾ, ਇਹਨੂੰ ਜਿਹੜਾ ਹੈਗਾ ਉਹ ਟਕਸਾਲੀ ਬੋਲੀ ਕਿਹਾ ਜਾਂਦਾ ਹੈ, ਜਾਂ ਲਾਹੌਰੀ ਬੋਲੀ ਵੀ ਕਈ ਵਾਰੀ ਕਹਿ ਦਿੰਦੇ ਨੇ। ਇਹਦਾ ਥੋੜ੍ਹਾ ਉੱਪਰਲੇ ਪਾਸੇ ਚਲੇ ਜਾਓਗੇ ਅਤੇ ਤੁਹਾਨੂੰ ਕਸ਼ਮੀਰੀ ਅਤੇ ਡੋਗਰੀ ਜਿਹੜੀ ਪਹਾੜਾਂ ਦੀ ਬੋਲੀ ਤੋਂ ਉਹਦਾ ਰੰਗਤ ਮਿਲੇਗੀ। ਸਿਆਲਕੋਟ ਦੇ ਉੱਪਰਲੇ ਪਾਸੇ ਥੋੜ੍ਹਾ ਇਸ ਤੋਂ ਹੋਰ ਅੱਗੇ ਜਾਓਗੇ ਅਤੇ ਤੁਹਾਨੂੰ ਫਿਰ ਮਿਲਣੀ ਸ਼ੁਰੂ ਹੋ ਜਾਏਗੀ ਪੋਠੋਹਾਰੀ, ਜਿਹਨੂੰ ਅਸੀਂ ਸਰਗੋਦੀ ਬੋਲੀ ਕਹਿੰਦੇ ਹੈਗੇ ਆ, ਜਿਹਦੇ 'ਚ ਗਿੰਝ ਵੰਝ ਦਾ ਇਸ ਕਿਸਮ ਦੇ ਲਫ਼ਜ਼ ਜਿਹੜੇ ਆਉਣਗੇ। ਥੋੜ੍ਹਾ ਹੋਰ ਉੱਪਰ ਜਾਓਗੇ ਸਰਾਇਕੀ ਦਾ ਰੰਗ ਮਿਲੇਗਾ, ਜਿਹੜਾ ਪੰਜਾਬੀ ਦੇ ਨਾਲ ਬਿਲਕੁਲ ਮੈਚ ਕਰਦਾ ਆ। ਜਿਹੜੀ ਪਸ਼ਤੂਨ ਹੈ ਉਸ ਤੋਂ ਬਿਲਕੁਲ ਵੱਖਰੀ ਬੋਲੀ ਉਸ ਰੂਪ ਦੇ। ਸੋ ਇੱਕੋ ਜ਼ਬਾਨ ਦੇ ਇੰਨੇ ਡਾਇਲੈਕਟ ਤੁਹਾਨੂੰ ਮਿਲ ਜਾਣਗੇ ਇਸ ਰੂਪ ਦੇ ਵਿੱਚ। ਗੁਰੂ ਬਾਬਾ ਜੀ ਨੇ ਲਿਖਾਵਟ ਦਾ ਸਟਾਈਲ ਜਿਹੜਾ ਹੈ ਗੁਰਮੁਖੀ ਅੱਖਰ ਲੈਟਰਸ ਜਿਹੜੇ ਨੇ ਇਹਨਾਂ ਦੀ ਸਿਰਜਣਾ ਕੀਤੀ, ਪੰਜਾਬੀ ਨੂੰ ਪੈਰਾਂ ਸਿਰ ਕੀਤਾ ਜ਼ਬਾਨ ਨੂੰ। ਜੇ ਆਮ ਲੋਕਾਂ ਦੀ ਬੋਲੀ ਨਹੀਂ ਬੋਲੀ ਜਾਏਗੀ, ਆਮ ਲੋਕਾਂ ਤੱਕ ਗਿਆਨ ਕਿਵੇਂ ਆਏਗਾ? ਭਗਤ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਨਮਾਜ਼ੀ ਨੇ, ਨਮਾਜ਼ ਪੜ੍ਹਦੇ ਨੇ, ਬਿਲਕੁਲ ਇਸਲਾਮਕ ਰਹੁਰੀਤਾਂ ਦੇ ਨਾਲ ਪੁਰਨਾਏ ਹੋਏ ਨੇ, ਪਰ ਕਮਾਲ ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਿੰਗਾਰ ਨੇ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਬਿਲਕੁਲ ਪੈਰਲਰ ਆਏ ਨੇ। ਉਹਦਾ ਸਭ ਤੋਂ ਵੱਡਾ ਰੀਜ਼ਨ ਪਤਾ ਕੀ ਹੈ? ਬਾਬਾ ਫਰੀਦ ਜੀ ਨਮਾਜ਼ੀ, ਨਮਾਜ਼ਾਂ ਪੜ੍ਹਨ ਵਾਲੇ, ਨਮਾਜ਼ਾਂ ਅਰਬੀ 'ਚ ਹੁੰਦੀਆਂ ਨੇ, ਕੁਰਾਨ ਸਾਰੀ ਅਰਬੀ 'ਚ ਲਿਖੀ ਗਈ ਹੈ, ਹਦੀਸਾਂ ਫਾਰਸੀ ਦੇ ਵਿੱਚ ਨੇ, ਜਿਹੜੀ ਉਹਨਾਂ ਦੀ ਜਿਹੜੀ ਐਂਸ਼ੀਅੰਟ ਜਾਂ ਕਲਾਸੀਕਲ ਪਰਸ਼ੀਅਨ ਗਿਣੀ ਜਾਂਦੀ ਉਸ ਰੂਪ ਦੇ ਵਿੱਚ। ਭਗਤ ਫਰੀਦ ਜੀ ਦੇ ਕਦੀ ਤੁਸੀਂ ਬਚਨ ਪੜ੍ਹੋ, ਉਹਨਾਂ ਦੇ ਸ਼ਬਦ ਅਤੇ ਸ਼ਲੋਕ ਪੜ੍ਹੋ। ਤੁਸੀਂ ਉਹਨਾਂ ਦੇ ਸ਼ਲੋਕ ਪੜ੍ਹਦੇ ਹੋ, ਮੈਂ 2-4 ਜੇ ਪੜ੍ਹਾਂ ਤੁਹਾਡੇ ਸਾਹਮਣੇ, ਅਤੇ ਤੁਸੀਂ ਸ਼ਬਦ ਪੜ੍ਹਦੇ ਹੋ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਹੁਣ ਇੱਕ ਲਫ਼ਜ਼ ਸੁਣਦਿਆਂ ਨਾਲ ਪੰਜਾਬੀ ਜ਼ਬਾਨ ਹੈ, ਬਿਲਕੁਲ ਰਾਈਟ ਵੇ ਸਮਝ ਆ ਜਾਂਦੀ, ਹਾਂ ਇਹਦੇ 'ਚ ਕੀ ਸੰਦੇਹਾ ਦਿੱਤਾ ਹੈ, ਕੋਈ ਇੰਟਰਪ੍ਰੀਟੇਸ਼ਨ ਦੀ ਵੀ ਲੋੜ ਨਹੀਂ ਹੈ। ਪਰ ਇਹ ਸਾਰੀ ਜ਼ਬਾਨ, ਇਹ ਬੋਲੀ ਜਦੋਂ ਭਗਤ ਜੀ ਲਿਖ ਰਹੇ ਹੈਗੇ ਨੇ, ਤੇ ਡੈਫੀਨੇਟਲੀ ਸ਼ਾਹਮੁਖੀ ਜਿਹੜੀ ਅਰੇਬਿਕ ਲਿਖਣ ਵਾਲਾ ਸਟਾਈਲ ਆ ਉਹਦੇ 'ਚ ਲਿਖਦੇ ਨੇ। ਜਿਹੜਾ ਇੱਥੋਂ ਦਾ ਲੋਕਲ ਸਟਾਈਲ ਆ ਉਹ ਅਜੇ ਉਸ ਲੈਵਲ 'ਤੇ ਡਿਵੈਲਪ ਨਹੀਂ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਵੀ ਪੋਥੀਆਂ ਉਸਾਰ ਰਹੇ ਨੇ, ਲਿਖ ਰਹੇ ਨੇ, ਉਹਦੇ ਜ਼ਿਆਦਾਤਰ ਪਤਾ ਲੱਗਦਾ ਹੈ ਲੰਡਿਆਂ ਦੇ ਵਿੱਚ ਅਤੇ ਪ੍ਰਾਕਿਰਤ ਵਿੱਚ, ਜਿਹੜੇ ਪੁਰਾਣੀ ਲਿਖਾਵਟ ਦੇ ਸਟਾਈਲ ਸੇ ਉਹਨਾਂ 'ਚ ਲਿਖੇ ਜਾਂਦੇ ਨੇ। ਗੁਰੂ ਅੰਗਦ ਸਾਹਿਬ ਨੇ ਇਸ ਖਿੱਤੇ ਦੀ ਬੋਲੀ ਨੂੰ ਮੋਡੀਫਾਈ ਕਰਕੇ ਆਪਣੇ ਰੂਪ ਵਿੱਚ ਜਿਹੜਾ ਹੈਗਾ ਉਹਦੀ ਰੰਗਤ ਦਿੱਤੀ। ਮੈਂ ਬੇਨਤੀ ਕਰ ਰਿਹਾ ਸੀਗਾ, ਅੱਜ ਬਾਂਗਰੂ ਬੋਲੀ, ਖੜੀ ਬੋਲੀ,
ਜਿਹਨੂੰ ਹਰਿਆਣਾ ਪ੍ਰਾਂਤ ਕਿਹਾ ਜਾਂਦਾ ਹੈਗਾ, ਇਹ ਰੀਸੈਂਟ ਨਾਮ ਹੈ, ਪਹਿਲਾਂ ਨਹੀਂ ਸੀ ਹੁੰਦਾ। ਇਹ ਸਾਰਾ ਜਿਹੜਾ ਬਾਂਗਰ ਬੈਲਟ ਹੈ, ਇਹਦੀ ਸਾਰੀ ਆਪਣੀ ਜ਼ਬਾਨ ਆ, ਪਰ ਲਿਖਣ ਦਾ ਸਟਾਈਲ ਨਾ ਹੋਣ ਕਰਕੇ ਖਤਮ ਹੋ ਗਈ। ਉਹੀ ਜ਼ਬਾਨ ਬਚੀ ਜਿਹਦਾ ਲਿਖਾਵਟ ਦਾ ਸਟਾਈਲ ਮੌਜੂਦ ਸੀ ਉਸ ਰੂਪ ਦੇ ਵਿੱਚ। ਸੋ ਗੁਰੂ ਬਾਬਾ ਜੀ ਨੇ ਆਮ ਲੋਕਾਂ ਵਾਸਤੇ ਉਹ ਸ਼ਬਦ ਜਿਹੜੇ ਸੀਗੇ, ਉਹ ਅੱਖਰ, ਉਹ ਪੈਰਾਂ ਸਿਰਫ ਉਸਾਰੇ ਉਸ ਤਰੀਕੇ ਦੇ ਨਾਲ। ਮੈਂ ਕਿਹਾ ਇੱਥੇ ਅੱਜ ਇੰਨੇ ਕਲਚਰ, ਇੰਨੇ ਸੱਭਿਆਚਾਰ ਖਤਮ ਹੋ ਗਏ, ਜਿਨ੍ਹਾਂ ਸੱਭਿਆਚਾਰਾਂ ਨੂੰ ਅੱਜ ਲੋਕ ਕਹਿੰਦੇ ਨੇ ਵੀ ਸ਼ਾਇਦ ਉਹ ਖਿੱਤੇ ਵਾਸਤੇ ਬੜੇ ਕਾਰਗਰ ਹੋਣੇ ਸੀਗੇ ਜੇ ਅੱਜ ਮੌਜੂਦ ਹੁੰਦੇ। ਕਿਉਂ? ਕਿਉਂਕਿ ਲਿਖਾਵਟ ਦੇ ਸਟਾਈਲ, ਲੈਂਗੁਏਜ, ਭਾਸ਼ਾ ਸਭ ਖਤਮ ਹੋ ਗਈ। ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਅੱਖਰ ਲੋਕਾਂ ਨੂੰ ਉਸ ਰੂਪ ਵਿੱਚ ਦਿੱਤੇ ਜਿਹਦੇ ਵਿੱਚ ਉਹਨਾਂ ਦੀ ਆਪਣੀ ਲੋਕ ਭਾਸ਼ਾ ਸੀਗੀ, ਉਹਦੇ 'ਚ ਉਹਨਾਂ ਨੂੰ ਰੂਹਾਨੀ ਗਿਆਨ ਮਿਲ ਸਕੇ। ਫਿਰ ਅੱਖਰਾਂ ਦਾ ਪ੍ਰਚਾਰ ਪ੍ਰਸਾਰ ਅੱਜ ਦੀ ਦੁਨੀਆ 'ਚ ਮੈਂ ਦੇਖਦਾ ਹਾਂ, ਆਪਣੇ ਘਰਾਂ ਥਾਵਾਂ 'ਤੇ ਮੈਂ ਦੇਖਦਾ, ਬੱਚਿਆਂ ਨੂੰ ਕੋਈ ਪਤਾ ਨਹੀਂ ਜਿਹੜੀਆਂ ਬੁੱਕਸ ਨੇ, ਜਿਹੜੀਆਂ ਪੈਨਸਿਲਸ ਨੇ, ਇਹਨਾਂ ਦੀ ਕੀ ਵੈਲਿਊ ਆ। ਤੇ ਉਹਨੂੰ ਮੈਂ ਅੱਜ ਦੇਖ ਰਿਹਾ ਸੀਗਾ, ਬੱਚੇ ਦੇ ਵਰ ਐਕਚੁਅਲੀ ਗੈਟਿੰਗ ਰੈਡੀ ਫॉर बैक टू स्कूल स्टफ एंड वट दे वर डूइंग। अच्छा ये थोड़ा देखने 'ਚ पुराना लग रहा है पेन आ, ये थोड़ी पेंसिल वो थोड़ी जी ना ये पुरानी लगती हैगी, हू केयर, चक के गारबेज सीधी। मैं क्या कोई एहसास नहीं इन्हों। असी अपनी बहुत पिछे नहीं, 20 साल पिछे की बात करा अपनी स्कूलिंग दे विच, ते पता लगेगा साडे लई पेंसिल पेन बुक की वैल्यू रखती हुंदी सी। मैं कई बार बयान करदा आ, पढ़न का बहुत शौक सीगा, यही एक एक्चुअली एक पैशन रब जी ने अंदर को बख्शिया, पढ़न का शौक सब तो वड्डा। तो आप देखोगे अजकल लोग बुक्स खरीदते अपने इंटरस्ट के अकॉर्डिंगली, बुक्स खरीदते अपनी मसरूफियत के अकॉर्डिंगली, भी हाउ मच टाइम आई हैव, अकॉर्डिंग टू दैट एक्चुअली आई विल बाय एनी बुक। बहुत ही वड्डी बुक नहीं बाय करांगा, छोटी करांगा उस किस्म के नाल, आपो अपने तरीके दे नाल। असी एवं बुक्स नहीं बाय करते होंगे, असी बुक्स पता किवें बाय करते हैं, अकॉर्डिंग टू आवर अफोर्डेबिलिटी। ਉਹਦੀ ਵੈਲਿਊ ਦੇਖਣੀ ਤੇ ਉਹਦੇ ਮੁਤਾਬਕ ਦੇਖਣਾ ਵੀ ਅੱਛਾ ਇਹ ਅਜੇ 20 ਰੁਪਏ ਦੀ ਹੈ ਤੇ ਆਈ ਡੋਂਟ ਹੈਵ 20 ਰੁਪੀਸ, ਸੋ ਹਾਊ ਅਬਾਊਟ ਆਈ ਕੈਨ ਵੇਟ ਹੋਰ 2 ਮਹੀਨੇ 3 ਮਹੀਨੇ ਇਸ ਤਰੀਕੇ ਦੇ ਨਾਲ। ਸੋ ਇਹ ਸਾਰੇ ਰੂਪ ਚ ਇਹਨਾਂ ਨੂੰ ਨਹੀਂ ਪਤਾ। ਤੇ ਜੇ ਹੋਰ ਪਿੱਛੇ ਚਲੇ ਜਾਓਗੇ, ਕਾਗਜ਼ ਤੇ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਯੂਰਪ ਦੇ ਵਿੱਚ ਮਸ਼ੀਨੀਕਰਨ ਹੋਇਆ, ਇੰਡਸਟਰੀਅਲਾਈਜੇਸ਼ਨ ਹੋਈ ਹੈ, ਫਿਰ ਕਾਗਜ਼ ਇਸ ਰੂਪ ਵਿੱਚ ਛਪਿਆ ਆ। ਅਦਰਵਾਈਜ਼ ਕਾਗਜ਼ ਕਸ਼ਮੀਰ ਤੇ ਚੀਨ 'ਚ ਬਣਦਾ ਸੀ, 2 ਜਗ੍ਹਾ ਤੇ ਬਸ, ਤੇ ਬਹੁਤ ਮੁਸ਼ਕਿਲ ਮਿਲਦਾ ਸੀਗਾ। ਮਤਲਬ ਇਹ ਕਿ ਇਹਦੇ ਮੁਕਾਬਲਤਨ ਸੋਨੇ ਦੀ ਧਾਤ ਸਸਤੀ ਹੁੰਦੀ ਸੀਗੀ। ਫਿਰ ਕਾਗਜ਼ ਕੱਲਾ ਨਹੀਂ, ਅੱਖਰ ਲਿਖਣੇ ਕਿਹਨੂੰ ਆਉਂਦੇ ਸੀਗੇ? ਅੱਖਰ ਹੀ ਲਿਖਣੇ ਨਹੀਂ ਸਨ ਆਉਂਦੇ। ਇਹ ਤੇ ਗੁਰੂ ਅੰਗਦ ਸਾਹਿਬ ਨੇ ਜਦੋਂ ਗੁਰਮੁਖੀ ਜ਼ਬਾਨ ਨੂੰ ਹੋਂਦ ਵਿੱਚ ਲਿਆਂਦਾ, ਤੇ ਫਿਰ ਗੁਰੂ ਸਾਹਿਬ ਨੇ ਉਹ ਕਾਰਜਸ਼ੀਲਤਾ ਸਿਰਜੀ ਧਰਤੀ ਦੇ ਉੱਤੇ। ਗੱਚ ਜਿਹੜਾ ਹੁੰਦਾ ਆ, ਜਿਵੇਂ ਚੂਨਾ ਹੁੰਦਾ ਆ, ਇਸ ਤਰੀਕੇ ਦੇ ਨਾਲ ਡਾਢਾ ਜਿਹੜੀ ਸੋਲਿਡ ਸਰਫੇਸ ਬਣਾਉਣੀ, ਥੱਲੇ ਸੋਲਿਡ ਸਰਫੇਸ ਬਣਾ ਕੇ ਉਹਦੇ ਉੱਤੇ ਸੈਂਡ ਤੇ ਜਾਂ ਜਿਹੜੀ ਹੁੰਦੀਆਂ ਨੇ ਖਾਸ ਕਰਕੇ ਸਵਾਹ ਐਸ਼ਿਸ, ਉਹਨਾਂ ਨੂੰ ਉਹਦੇ ਉੱਤੇ ਉਸ ਤਰੀਕੇ ਨਾਲ ਸੱਟਣਾ, ਤੇ ਉਹ ਜਿਹੜੇ ਸਵਾਹ ਤੇ ਜਿਹੜੀ ਹੈਗੀ ਹੈ ਸੈਂਡ ਸੱਟ ਕੇ ਫਿਰ ਰੀਠੇ, ਦੇਖੋ ਉੱਥੇ ਟਰੀ ਹੁੰਦਾ, ਉਹਦਾ ਖਾਸ ਕਰਕੇ ਫਰੂਟ ਹੁੰਦਾ, ਬੜਾ ਡਾਢਾ ਹੁੰਦਾ, ਉਹਨੂੰ ਹੱਥਾਂ 'ਚ ਫੜਾ ਕੇ ਅੱਖਰ ਲਿਖਣੇ ਸਿਖਾਉਣੇ। ਲੋਕਾਂ ਨੂੰ ਇਸ ਤਰੀਕੇ ਨਾਲ ਅੱਖਰਾਂ ਦੇ ਕਾਬਲ ਬਣਾਇਆ ਕਿ ਅੱਖਰ ਇੱਕ ਇਸ ਰੂਪ ਵਿੱਚ ਸਮਝ। ਫਿਰ ਇਕੱਲਾ ਹੀ ਨਹੀਂ, ਗੁਰੂ ਅੰਗਦ ਸਾਹਿਬ ਦੇ ਕੋਲ ਸੰਗਤਾਂ ਨੇ ਆਉਣਾ। ਮੈਂ ਇੱਕ ਸਾਖੀ ਦਾ ਬਿਆਨ ਕਰਕੇ ਵਾਈਂਡ ਅਪ ਕਰ ਦਿੰਦਾ, ਕਿਉਂਕਿ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ 1604 'ਚ। ਗੁਰੂ ਅਰਜਨ ਸਾਹਿਬ ਨੇ ਕਿੱਡਾ ਵੱਡਾ ਜਿਹੜਾ ਹੈਗਾ ਮੀਲ ਪੱਥਰ ਸਥਾਪਿਤ ਕੀਤਾ, ਇੱਕ ਮੀਲ ਸਟੈਪ ਜਿਹੜਾ ਹੈਗਾ ਉਹ ਉਸ ਤਰੀਕੇ ਮਾਈਲਸਟੋਨ ਸਟੈਬਲਿਸ਼ ਕੀਤਾ ਉਸ ਦਿਨ। ਪਰ ਇਹਦੀ ਬੁਨਿਆਦ ਗੁਰੂ ਸਾਹਿਬ ਕਿਵੇਂ ਲੈ ਕੇ ਆਏ? ਗੁਰੂ ਅੰਗਦ ਸਾਹਿਬ ਦੇ ਕੋਲ ਨਾ ਕੁਝ ਸਿੱਖ ਆਏ, ਉਹ ਸਿੱਖ ਆਏ ਮਿਲਣ ਵਾਸਤੇ ਗੁਰੂ ਸਾਹਿਬ ਦੇ ਸਨੇਹ ਦੇ ਵਿੱਚ, ਪਸ਼ਤੂਨ ਇਲਾਕੇ ਦੇ ਵਿੱਚੋਂ, ਬਲੋਚਿਸਤਾਨ ਤੋਂ ਉਸ ਇਲਾਕੇ 'ਚੋਂ। 1-2 ਦਿਨ ਰਹੇ ਗੁਰੂ ਅੰਗਦ ਸਾਹਿਬ ਕੋਲ ਖਾਡੂਰ ਵਿਖੇ। ਤੇ ਹੁਣ ਇੱਕ ਦਿਨ ਗੁਰੂ ਅੰਗਦ ਸਾਹਿਬ ਕੋਲ ਇਜਾਜ਼ਤ ਲੈਣ ਲਈ ਆਏ, ਪਾਤਸ਼ਾਹ ਇਜਾਜ਼ਤ ਦਿਓ, ਅਸੀਂ ਜਾਣਾ ਆ, ਸਫ਼ਰ ਸਾਡਾ ਲੰਮਾ ਆ। ਗੁਰੂ ਸਾਹਿਬ ਕਹਿੰਦੇ ਭਾਈ ਠੀਕ ਹੈ, ਖੁਸ਼ੀਆਂ ਲੈ ਕੇ ਜਾਓ ਗੁਰੂ ਕੇ ਘਰ ਦੀਆਂ, ਤੇ ਇੱਕ ਕੰਮ ਕਰਿਓ, ਸਾਰੇ ਨਗਰ ਲਈ ਪ੍ਰਸ਼ਾਦ ਲੈ ਕੇ ਜਾਇਓ। ਉਹ ਕਹਿੰਦੇ ਮਹਾਰਾਜ ਏਡੀ ਵੱਡੀ ਸੇਵਾ ਨਾ ਲਾਓ। ਕੀ ਹੋਇਆ? ਪਾਤਸ਼ਾਹ ਸਫ਼ਰ ਬੜਾ ਲੰਮਾ ਆ, ਸਮਾਨ ਆਲਰੇਡੀ ਸਾਡੇ ਕੋਲ ਬਹੁਤ ਜ਼ਿਆਦਾ ਹੈ, ਨਗਰ ਸਾਡਾ ਬੜਾ ਵੱਡਾ ਹੈ,
ਜੇ ਸਾਰੇ ਨਗਰ ਵਾਸਤੇ ਇੱਕ ਚੁਟਕੀ ਚੁਟਕੀ ਪ੍ਰਸ਼ਾਦ ਵੀ ਚੱਕਾਂਗੇ ਤੇ 2-3 ਮਣ ਪ੍ਰਸਾਦ ਇੱਥੋਂ ਚੱਕਣਾ ਪਏਗਾ, ਬਹੁਤ ਐਟਲੀਸਟ 100 kg ਵੀ ਹੈਵ ਟੂ ਕੈਰੀ ਵਿਦ ਅਸ। ਇਹ ਚੀਜ਼ ਹੋਏਗੀ। ਗੁਰੂ ਅੰਗਦ ਸਾਹਿਬ ਹੱਸ ਪਏ, ਕਹਿਣ ਲੱਗੇ 1-2 ਦਿਨ ਰਹੋ, ਇੰਤਜ਼ਾਮ ਕਰਾਂਗੇ ਤੁਹਾਡਾ, ਤੁਸੀਂ ਪ੍ਰਸ਼ਾਦ ਲੈ ਕੇ ਜਾਇਓ। ਉਹ ਕਹਿੰਦੇ ਮਹਾਰਾਜ ਸਮਝੇ ਨਹੀਂ, ਕਿਵੇਂ ਇੰਤਜ਼ਾਮ ਹੋ ਜਾਏਗਾ? ਤੇ ਗੁਰੂ ਸਾਹਿਬ ਕਹਿੰਦੇ ਇੰਤਜ਼ਾਮ ਐਵੇਂ ਹੋਏਗਾ, ਕੁਝ ਸ਼ਬਦ ਯਾਦ ਕਰੋ ਬਾਣੀ ਦੇ। ਬਾਣੀ ਦੇ ਸ਼ਬਦ ਯਾਦ ਕੀਤੇ, ਸ਼ਬਦ ਸੁਣਾਏ, ਯਾਦ ਹੋ ਗਏ ਨੇ 2 ਸ਼ਬਦ, 4 ਸ਼ਬਦ, 5 ਸ਼ਬਦ। ਮਹਾਰਾਜ ਕਹਿੰਦੇ ਸ਼ਬਦ ਲਿਜਾ ਕੇ ਨਗਰ ਦੇ ਕੇ ਇੱਕ ਜੀ ਨੂੰ ਸੁਣਾਇਆ ਜੇ। ਐਵੇਂ ਬਾਣੀ ਟਰੈਵਲ ਕਰਦੀ ਸੀ, ਕਾਗਜ਼ ਨਹੀਂ ਸੀਗੇ, ਗੁਟਕੇ ਨਹੀਂ ਸੀਗੇ, ਅੱਖਰ ਨਹੀਂ ਸੀਗੇ। ਇਸ ਤਰੀਕੇ ਦੇ ਨਾਲ ਤੇ ਕਿਹਾ ਜਾਂਦਾ ਸੀਗਾ ਪੈਸਾ ਗੰਢ ਤੇ ਬਾਣੀ ਕੰਠ, ਇਹ 2 ਹੀ ਚੀਜ਼ਾਂ ਕੰਮ ਆਉਂਦੀਆਂ ਨੇ। ਸ਼ਬਦ ਫਿਰ ਕਰਦਿਆਂ ਕਰਦਿਆਂ ਗੁਰੂ ਸਾਹਿਬ ਨੇ ਉਸ ਲੈਵਲ ਤੇ ਲਿਆਂਦਾ ਜਿੱਥੇ ਵੱਡੀ ਸ਼ਕਲ 'ਚ ਪੋਥੀ ਪਰਮੇਸ਼ਰ ਕਾ ਥਾਨ, ਉਹ ਬਾਣੀ ਲਿਖਾ ਕੇ ਜਿਲਦਬੱਧ ਕਰਕੇ ਦਰਬਾਰ ਸਾਹਿਬ 1604 ਦੇ ਵਿੱਚ ਪ੍ਰਕਾਸ਼ਿਤ ਕਰਕੇ ਤੇ ਆਵਾਜ਼ਾਂ ਬਾਬਾ ਬੁੱਢਾ ਜੀ ਨੇ ਚੇਤਾ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਕਾਰਜ ਰੱਬ ਦਾ ਹੀ ਕਾਰਜ ਆ, ਇਸ ਤੋਂ ਵੱਡਾ ਕੋਈ ਕਾਰਜ ਨਹੀਂ। ਅਕਾਲ ਪੁਰਖ ਦਾ ਹੁਕਮ ਆ ਮਨੁੱਖਤਾ ਨੂੰ ਗਿਆਨ ਦਿੱਤਾ ਜਾਏ। ਅੱਜ ਸਿੱਖੀ ਜਿਹੜੀ ਹੈ ਨਾ ਆਲਮੋਸਟ ਭਾਵੇਂ ਬੈਕਡੋਰ ਦੇ ਜ਼ਰੀਏ ਆ ਰਹੀ ਹੈ, ਸਿੱਖੀ ਆ ਰਹੀ ਹੈ ਚਾਰ ਚੁਫੇਰੇ। ਜਿਹੜਾ ਅੱਜ ਸ਼ਬਦ ਦੀ ਗੱਲ ਹੈ, ਅੱਜ ਸਾਰੀ ਤੁਸੀਂ ਮਾਈਂਡਫੁਲਨੈਸ ਤੋਂ ਲੈ ਕੇ ਥਾਟ ਪ੍ਰੋਸੈਸਿੰਗ ਤੱਕ, ਟਾਕ ਥੈਰੇਪੀ ਤੱਕ, ਐਵਰੀਥਿੰਗ ਵਟ ਐਵਰ ਪੀਪਲ ਆਰ ਅਡੋਪਟਿੰਗ ਇਨ ਸਪਿਰਿਚੁਅਲ ਸਾਈਡ ਐਂਡ ਮੈਂਟਲ ਹੈਲਥ ਸਾਈਡ ਵਿਚ ਇਜ਼ ਸਿੱਖੀ। ਇਹੀ ਗੁਰੂ ਬਾਬਾ ਜੀ ਨੇ ਸਾਰੀ ਸੌਗਾਤ, ਇਹੀ ਸਾਰੀ ਜਿਹੜਾ ਤੋਹਫਾ ਮਾਨਵਤਾ ਨੂੰ ਦਿੱਤਾ। ਅੱਜ ਜੋ ਦਿਨ ਹੈ ਉਹਦੇ ਵਾਸਤੇ ਆਪ ਸਮੂਹ ਨੂੰ ਮੈਂ ਦਿਲੀ ਤੌਰ ਤੇ ਬਹੁਤ ਸਾਰੀ ਮੁਬਾਰਕਬਾਦ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾਂਗੇ, ਉਹ ਸਮਾਂ ਸਮਾਪਤ ਹੈ। ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।